Good morning, dear students. I am Naresh Bansal. In this lecture, we will study the lesson The School for Sympathy. In the first session, we will study the summary of the lesson with its explanation in Punjabi. After that, we will discuss the short answer type questions and then long answer type questions. Now, let us start the topic The School for Sympathy. The School for Sympathy ਇੱਕ ਹਮਦਰਦੀ ਦੇ ਲਈ ਸਕੂਲ। ਇਸ ਲੈਸਨ ਨੂੰ ਲਿਖਿਆ ਹੈ ਈਵੀ ਲੁਕਸ ਨੇ। The writer had heard a lot about Miss Beam's School for Sympathy. ਲੇਖਕ ਨੇ ਮਿਸ ਬੀਮ ਦੇ ਸਕੂਲ ਫॉर ਸਿੰਪਥੀ ਦੇ ਬਾਰੇ ਵਿੱਚ ਕਾਫੀ ਸੁਣਿਆ ਹੋਇਆ ਸੀ। One day he went to visit it. ਇੱਕ ਦਿਨ ਉਹ ਇਸ ਸਕੂਲ ਗਿਆ। He saw a 12-year-old girl with her eyes covered with a bandage who was being led carefully between the flower beds by a little boy of 8 years. ਉਸਨੇ ਇੱਕ 12 ਸਾਲ ਦੀ ਲੜਕੀ ਨੂੰ ਦੇਖਿਆ ਜਿਸ ਨੇ ਆਪਣੀਆਂ ਅੱਖਾਂ ਦੇ ਉੱਪਰ ਪੱਟੀ ਬੰਨੀ ਹੋਈ ਸੀ ਅਤੇ ਜਿਸ ਨੂੰ ਇੱਕ 8 ਸਾਲ ਦਾ ਲੜਕਾ ਫੁੱਲਾਂ ਦੀ ਕਿਆਰੀਆਂ ਵਿੱਚੋਂ ਬੜੀ ਸਾਵਧਾਨੀ ਦੇ ਨਾਲ ਲਿਜਾ ਰਿਹਾ ਸੀ। Then he met Miss Beam. ਫਿਰ ਉਹ ਮਿਸ ਬੀਮ ਨੂੰ ਮਿਲਿਆ। she was a middle-aged lady. ਉਹ ਇੱਕ ਅਧੇੜ ਉਮਰ ਦੀ ਔਰਤ ਸੀ। she looked kind and understanding. ਉਹ ਇੱਕ ਦਿਆਲੂ ਅਤੇ ਸਮਝਦਾਰ ਲੱਗਦੀ ਸੀ। he asked her about her methods of teaching. ਉਸਨੇ ਉਸ ਦੇ ਪੜ੍ਹਾਉਣ ਦੇ ਤਰੀਕਿਆਂ ਦੇ ਬਾਰੇ ਵਿੱਚ ਪੁੱਛਿਆ। he told her that he had heard much about the originality of her system. ਲੇਖਕ ਨੇ ਉਸ ਨੂੰ ਦੱਸਿਆ ਕਿ ਉਸਨੇ ਉਸ ਦੀ ਸਿੱਖਿਆ ਪ੍ਰਣਾਲੀ ਦੀ ਮੌਲਿਕਤਾ ਦੇ ਬਾਰੇ ਵਿੱਚ ਕਾਫੀ ਸੁਣਿਆ ਹੋਇਆ ਸੀ। ਮਿਸ ਬੀਮ ਟੋਲਡ ਦਾ ਰਾਈਟਰ ਦੈਟ the real aim of her school was not only giving bookish education. ਮਿਸ ਬੀਮ ਨੇ ਲੇਖਕ ਨੂੰ ਦੱਸਿਆ ਕਿ ਉਸ ਦੇ ਸਕੂਲ ਦਾ ਉਦੇਸ਼ ਸਿਰਫ ਕਿਤਾਬੀ ਗਿਆਨ ਦੇਣਾ ਹੀ ਨਹੀਂ ਸੀ। she wanted to give her children education in thoughtfulness, humanity and citizenship. ਉਹ ਆਪਣੇ ਬੱਚਿਆਂ ਨੂੰ ਵਿਚਾਰਧਾਰਾ, ਮਨੁੱਖਤਾ ਅਤੇ ਨਾਗਰਿਕਤਾ ਦੀ ਸਿੱਖਿਆ ਦੇਣਾ ਚਾਹੁੰਦੀ ਸੀ। ਮਿਸ ਬੀਮ ਰਿਕੁਐਸਟਡ ਦਾ ਰਾਈਟਰ ਟੂ ਲੁੱਕ ਆਊਟ ਆਫ ਦਾ ਵਿੰਡੋ ਆਫ ਹਰ ਆਫਿਸ. ਮਿਸ ਬੀਮ ਨੇ ਲੇਖਕ ਨੂੰ ਬੇਨਤੀ ਕੀਤੀ ਕਿ ਉਹ ਉਸ ਦੇ ਦਫ਼ਤਰ ਦੀ ਖਿੜਕੀ 'ਚੋਂ ਬਾਹਰ ਦੇਖੇ। ਦਾ ਰਾਈਟਰ ਸਾ ਸਮ ਵੈਰੀ ਬਿਊਟੀਫੁਲ ਗਰਾਊਂਡਸ ਐਂਡ ਲੋਟ ਆਫ ਜੋਲੀ ਚਿਲਡਰਨ. ਲੇਖਕ ਨੇ ਕੁਝ ਬਹੁਤ ਹੀ ਸੁੰਦਰ ਗਰਾਊਂਡ ਅਤੇ ਹੱਸਦੇ ਖੇਡਦੇ ਬੱਚਿਆਂ ਨੂੰ ਦੇਖਿਆ। ਬਟ ਹੀ ਵਾਜ਼ ਪੇਨ ਟੂ ਸੀ ਦੈਟ ਦਾ ਚਿਲਡਰਨ ਵਰ ਨਾਟ ਐਜ਼ ਹੈਲਦੀ ਐਂਡ ਐਕਟਿਵ ਐਜ਼ ਹੀ ਵਿਸ਼ਡ. ਲੇਕਿਨ ਉਸ ਨੂੰ ਇਹ ਦੇਖ ਕੇ ਬੜਾ ਦੁੱਖ ਹੋਇਆ ਕਿ ਬੱਚੇ ਜਿਹੜੇ ਸੀਗੇ ਉਹ ਸਵਸਥ ਅਤੇ ਚੁਸਤ ਨਹੀਂ ਸਨ ਜਿਵੇਂ ਕਿ ਉਸ ਨੂੰ ਉਮੀਦ ਸੀ। ਸਮ ਚਿਲਡਰਨ ਲੁੱਕ ਟੂ ਬੀ ਬਲਾਈਂਡ ਐਂਡ ਲੇਮ. ਕੁਝ ਬੱਚੇ ਅੰਨੇ ਅਤੇ ਲੰਗੜੇ ਦਿਖਾਈ ਦਿੰਦੇ ਸੀ। ਹੀ ਵਾਜ਼ ਸੈਡ. ਉਹ ਬਹੁਤ ਦੁਖੀ ਹੋਇਆ। ਮਿਸ ਬੀਮ ਲਾਫਡ ਐਂਡ ਟੋਲਡ ਹਿਮ ਦੈਟ ਦੇ ਵਰ ਨਾਟ ਬਲਾਈਂਡ ਔਰ ਲੇਮ. ਮਿਸ ਬੀਮ ਹੱਸ ਪਈ ਅਤੇ ਉਸਨੇ ਲੇਖਕ ਨੂੰ ਦੱਸਿਆ ਕਿ ਉਹ ਅੰਨੇ ਅਤੇ ਲੰਗੜੇ ਨਹੀਂ ਸੀ। ਦੈਨ ਸ਼ੀ ਐਕਸਪਲੇਨਡ ਦਾ ਸਿਸਟਮ. ਫਿਰ ਉਸਨੇ ਇਸ ਸਿੱਖਿਆ ਪ੍ਰਣਾਲੀ ਨੂੰ ਵਿਸਤਾਰ ਵਿੱਚ ਦੱਸਿਆ। ਟੂ ਮੇਕ ਦਾ ਸਟੂਡੈਂਟਸ ਅੰਡਰਸਟੈਂਡ ਮਿਸ ਫਾਰਚੂਨ ਦੇ ਵਰ ਮੇਡ ਟੂ ਹੈਵ ਐਕਸਪੀਰੀਅੰਸ ਆਫ ਮਿਸ ਫਾਰਚੂਨਸ. ਬਦਕਿਸਮਤ ਲੋਕਾਂ ਦੀ ਬਾਰੇ ਵਿੱਚ ਜਾਣਨ ਦੇ ਲਈ ਉਹਨਾਂ ਨੂੰ ਬਦਕਿਸਮਤ ਹੋਣ ਦਾ ਤਜਰਬਾ ਜਿਹੜਾ ਕਰਵਾਇਆ ਜਾਂਦਾ ਸੀ। ਈਚ ਚਾਈਲਡ ਹੈਜ਼ ਵਨ ਬਲਾਈਂਡ ਡੇ, one lame day, one deaf day, one dumb day in the course of the term. ਆਪਣੇ ਪੂਰੇ ਕੋਰਸ ਦੇ ਦੌਰਾਨ ਹਰ ਇੱਕ ਬੱਚੇ ਨੂੰ ਇੱਕ ਦਿਨ ਅੰਨਾ, ਇੱਕ ਦਿਨ ਲੰਗੜਾ ਅਤੇ ਇੱਕ ਦਿਨ ਬੋਲਾ ਅਤੇ ਇੱਕ ਦਿਨ ਗੂੰਗੇ ਹੋਣ ਦਾ ਰੋਲ ਪਲੇ ਕਰਨਾ ਪੈਂਦਾ ਸੀ। ਦਿਸ ਵਾਜ਼ ਐਜੂਕੇਟਿਵ ਟੂ ਦਾ ਚਿਲਡਰਨ. ਇਹ ਬੱਚਿਆਂ ਦੇ ਲਈ ਬੜਾ ਹੀ ਸਿੱਖਿਆਦਾਈ ਹੁੰਦਾ ਸੀ। ਦਿਸ ਵੇ ਦੇ ਲਰਨ ਦਾ ਪ੍ਰੋਬਲਮਸ ਆਫ ਦਾ ਹੈਂਡੀਕੈਪਡ ਪੀਪਲ. ਇਸ ਤਰ੍ਹਾਂ ਉਹ ਅਪਾਹਜ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝ ਸਕਦੇ ਸੀ। ਐਂਡ ਰਿਅਲਾਈਜ਼ ਦਾ ਨੈਸੈਸਿਟੀ ਆਫ ਹੈਲਪਿੰਗ ਦੈਮ. ਅਤੇ ਉਹਨਾਂ ਦੀ ਮਦਦ ਕਰਨ ਦੀ ਜ਼ਰੂਰਤ ਨੂੰ ਮਹਿਸੂਸ ਕਰ ਸਕਦੇ ਸੀ। ਮਿਸ ਬੀਮ ਇੰਟਰੋਡਿਊਸ ਦਾ ਆਥਰ ਟੂ ਏ ਗਰਲ ਹੂਜ਼ ਆਈਜ਼ ਵਰ ਬੈਂਡਿਸਡ. ਮਿਸ ਬੀਮ ਨੇ ਲੇਖਕ ਨੂੰ ਇੱਕ ਲੜਕੀ ਦੇ ਨਾਲ ਮਿਲਾਇਆ ਜਿਸ ਦੀਆਂ ਅੱਖਾਂ ਦੇ ਉੱਪਰ ਪੱਟੀ ਬੰਨੀ ਹੋਈ ਸੀ। ਦਾ ਗਰਲ ਟੋਲਡ ਹਿਮ ਦੈਟ ਇਟ ਵਾਜ਼ ਆਫੁਲ ਟੂ ਬੀ ਬਲਾਈਂਡ. ਲੜਕੀ ਨੇ ਲੇਖਕ ਨੂੰ ਦੱਸਿਆ ਕਿ ਅੰਨੇ ਹੋਣਾ ਕਿੰਨਾ ਭਿਆਨਕ ਸੀ। ਹਰ ਹੈਡ ਏਜਡ ਆਲ ਦਾ ਟਾਈਮ.
ਉਸ ਦਾ ਸਿਰ ਹਰ ਸਾਰਾ ਸਮਾਂ ਦਰਦ ਕਰਦਾ ਰਿਹਾ। She told the writer that she didn't feel so bad on other days. ਲੜਕੀ ਨੇ ਲੇਖਕ ਨੂੰ ਦੱਸਿਆ ਕਿ ਦੂਜੇ ਦਿਨ ਉਹਨੇ ਇੰਨਾ ਮਾੜਾ ਮਹਿਸੂਸ ਨਹੀਂ ਕੀਤਾ। She told the writer that it was the worst day. ਲੜਕੀ ਨੇ ਲੇਖਕ ਨੂੰ ਦੱਸਿਆ ਕਿ ਇਹ ਸਭ ਤੋਂ ਬੁਰਾ ਦਿਨ ਸੀ। The writer realized the problems on the handicapped for the first time. ਲੇਖਕ ਨੇ ਪਹਿਲੀ ਵਾਰ ਅਪਾਹਜ ਲੋਕਾਂ ਦੀਆਂ ਮੁਸ਼ਕਲਾਂ ਨੂੰ ਮਹਿਸੂਸ ਕੀਤਾ। He made a resolve. ਉਸਨੇ ਇੱਕ ਪ੍ਰਣ ਲਿਆ। He would always share the problems of the handicapped. ਕਿ ਉਹ ਹਮੇਸ਼ਾ ਅਪਾਹਜ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੰਡਾਵੇਗਾ। In this comprehension section, we will discuss the short answer type questions. What does the author tell us about Miss Beam? ਲੇਖਕ ਮਿਸ ਬੀਮ ਦੇ ਬਾਰੇ ਵਿੱਚ ਸਾਨੂੰ ਕੀ ਦੱਸਦਾ ਹੈ? Answer is that she was a middle-aged, kindly, understanding and impressive lady. ਉਹ ਇੱਕ ਅਧੇੜ ਉਮਰ ਦੀ ਦਿਆਲੂ, ਸਮਝਦਾਰ ਅਤੇ ਪ੍ਰਭਾਵਸ਼ਾਲੀ ਔਰਤ ਸੀ। Second question, what was the real aim of Miss Beam's school? Miss Beam ਦੇ ਸਕੂਲ ਦਾ ਮੁੱਖ ਉਦੇਸ਼ ਕੀ ਸੀ? Answer, it was to make the students thoughtful, helpful and sympathetic citizens. ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿਚਾਰਸ਼ੀਲ ਹੋਣਾ, ਮਦਦਗਾਰ ਅਤੇ ਹਮਦਰਦੀ ਵਾਲੇ ਨਾਗਰਿਕ ਹੋਣਾ ਸੀਗਾ। Why did the author feel sorry for some of the children? ਕਿਉਂ ਲੇਖਕ ਨੇ ਕੁਝ ਬੱਚਿਆਂ ਦੇ ਲਈ ਦੁਖੀ ਮਹਿਸੂਸ ਕੀਤਾ? He felt sorry for some children. ਉਸਨੇ ਕੁਝ ਬੱਚਿਆਂ ਦੇ ਲਈ ਇਸ ਲਈ ਦੁਖੀ ਮਹਿਸੂਸ ਕੀਤਾ because they seemed to be handicapped. ਕਿਉਂਕਿ ਉਹ ਅਪਾਹਜ ਦਿਖਾਈ ਦਿੰਦੇ ਸੀ। Were the children playing in the ground really physically handicapped? ਕਿ ਗਰਾਊਂਡ ਵਿੱਚ ਖੇਡ ਰਹੇ ਬੱਚੇ ਵਾਸਤਵ ਦੇ ਵਿੱਚ ਸਰੀਰਕ ਤੌਰ 'ਤੇ ਅਪਾਹਜ ਸਨ? No, they were acting to be handicapped. ਨਹੀਂ, ਉਹ ਅਪਾਹਜ ਹੋਣ ਦੀ ਐਕਟਿੰਗ ਕਰ ਰਹੇ ਸੀ। Why were the children acting to be blind, deaf or lame? ਕਿਉਂ ਲੜਕੇ ਅੰਨੇ, ਬੋਲੇ ਅਤੇ ਲੰਗੜੇ ਦੀ ਐਕਟਿੰਗ ਕਰ ਰਹੇ ਸੀ? They were acting to have the experience of misfortune. ਉਹ ਬਦਕਿਸਮਤ ਲੋਕਾਂ ਦੀ ਤਜਰਬਾ ਲੈਣ ਦੀ ਐਕਟਿੰਗ ਕਰ ਰਹੇ ਸੀ। What is the educative value of a blind, deaf or lame day? ਅੰਨੇ, ਬੋਲੇ ਅਤੇ ਲੰਗੜੇ ਦਿਨ ਦੀ ਸਿੱਖਿਆਤਮਕ ਵੈਲਿਊ ਕੀ ਹੈ? The children come to understand the difficulties of the handicapped and sympathetic towards them. ਬੱਚੇ ਅਪਾਹਜ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝ ਸਕਦੇ ਨੇ ਅਤੇ ਉਹਨਾਂ ਪ੍ਰਤੀ ਹਮਦਰਦੀ ਰੱਖ ਸਕਦੇ ਨੇ। Which day was the most difficult for children? ਬੱਚਿਆਂ ਦੇ ਲਈ ਕਿਹੜਾ ਦਿਨ ਸਭ ਤੋਂ ਜ਼ਿਆਦਾ ਮੁਸ਼ਕਿਲ ਵਾਲਾ ਸੀ? Blind day was perhaps the most difficult day. ਸ਼ਾਇਦ ਅੰਨਾ ਦਿਨ ਸਭ ਤੋਂ ਜ਼ਿਆਦਾ ਮੁਸ਼ਕਿਲ ਵਾਲਾ ਸੀ। Who did Miss Beam led the author to? Miss Beam ਲੇਖਕ ਨੂੰ ਕਿਸ ਕੋਲ ਲੈ ਕੇ ਗਈ? Miss Beam led the author to the girl whose eyes were bandaged. Miss Beam ਲੇਖਕ ਨੂੰ ਉਸ ਲੜਕੀ ਕੋਲ ਲੈ ਕੇ ਗਈ ਜਿਸ ਦੀਆਂ ਅੱਖਾਂ ਦੇ ਉੱਪਰ ਪੱਟੀ ਬੰਨੀ ਹੋਈ ਸੀ। How did the girl with the bandaged eyes feels on her blind day? ਅੱਖਾਂ ਤੇ ਪੱਟੀ ਬੰਨੀ ਲੜਕੀ ਨੇ ਆਪਣੇ ਅੰਨੇ ਹੋਣ ਵਾਲੇ ਦਿਨ ਕੀ ਮਹਿਸੂਸ ਕੀਤਾ? Every moment she feared that she was going to be hit by something. ਹਰ ਪਲ ਉਸ ਨੂੰ ਇਹ ਡਰ ਲੱਗਦਾ ਸੀ ਕਿ ਉਹ ਕਿਸੇ ਚੀਜ਼ ਨਾਲ ਟਕਰਾ ਜਾਵੇਗੀ। What made Miss Beam think that there was something in her system? ਕਿਸ ਚੀਜ਼ ਨੇ ਮਿਸ ਬੀਮ ਨੂੰ ਇਹ ਸੋਚਣ ਦੇ ਲਈ ਮਜਬੂਰ ਕੀਤਾ ਕਿ ਉਸ ਦੇ ਇਸ ਸਿੱਖਿਆ ਪ੍ਰਣਾਲੀ ਵਿੱਚ ਕੁਝ ਤਾਂ ਖਾਸ ਸੀ? She was right to think so. ਉਹ ਇਹ ਸੋਚਣ ਦੇ ਲਈ ਸਹੀ ਸੀ because her school had taught the author to share the sorrows of others. ਕਿਉਂਕਿ ਉਸ ਦੇ ਸਕੂਲ ਨੇ ਲੇਖਕ ਨੂੰ ਦੂਸਰਿਆਂ ਦੇ ਦੁੱਖ ਨੂੰ ਵੰਡਾਉਣਾ ਸਿਖਾਇਆ ਸੀ। In the last section, we will discuss the long answer type questions. Both these questions are very important. First, we will discuss give a brief character sketch of Miss Beam.
ਮਿਸ ਬੀਮ ਦੇ ਚਰਿੱਤਰ ਦਾ ਇੱਕ ਸਕੈਚ ਸੰਖੇਪ ਸ਼ਬਦਾਂ ਵਿੱਚ ਬਿਆਨ ਕਰੋ। Miss Beam was a middle-aged, kind-hearted, authoritative and full of understanding woman. Miss Beam ਇੱਕ ਅਧੇੜ ਉਮਰ ਦੀ ਦਿਆਲੂ, ਰੌਬਦਾਰ ਅਤੇ ਸਮਝਦਾਰ ਔਰਤ ਸੀ। She had a great sympathy for the handicapped. ਉਸ ਨੂੰ ਅਪਾਹਜ ਲੋਕਾਂ ਦੇ ਪ੍ਰਤੀ ਬਹੁਤ ਹਮਦਰਦੀ ਸੀ। She wanted all her peoples to understand the sufferings of the unfortunate persons like blind, deaf, dumb and lame. ਉਹ ਚਾਹੁੰਦੀ ਸੀ ਕਿ ਉਸ ਦੇ ਸਾਰੇ ਵਿਦਿਆਰਥੀ ਬਦਕਿਸਮਤ ਲੋਕਾਂ ਜਿਵੇਂ ਕਿ ਅੰਨੇ, ਬੋਲੇ, ਗੂੰਗੇ ਅਤੇ ਲੰਗੜਿਆਂ ਦੇ ਮੁਸ਼ਕਲਾਂ ਨੂੰ ਸਮਝਣ। For this she had started a new type of school known as School for Sympathy. ਇਸ ਲਈ ਉਸਨੇ ਇੱਕ ਨਵੀਂ ਕਿਸਮ ਦੇ ਸਕੂਲ ਦੀ ਸ਼ੁਰੂਆਤ ਕੀਤੀ ਜਿਸ ਨੂੰ ਸਕੂਲ ਫॉर ਸਿੰਪਥੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। Besides providing formal education, ਰਸਮੀ ਸਿੱਖਿਆ ਦੇਣ ਤੋਂ ਇਲਾਵਾ her aim was to give practical training in thoughtfulness, humanity and good citizenship. ਉਸ ਦਾ ਉਦੇਸ਼ ਵਿਚਾਰਧਾਰਾ, ਮਾਨਵਤਾ ਅਤੇ ਚੰਗੇ ਨਾਗਰਿਕਤਾ ਦੀ ਪ੍ਰੈਕਟੀਕਲ ਟ੍ਰੇਨਿੰਗ ਦੇਣਾ ਵੀ ਸੀ। Thus she was a practical lady. ਇਸ ਤਰ੍ਹਾਂ ਉਹ ਇੱਕ ਪ੍ਰੈਕਟੀਕਲ ਔਰਤ ਸੀ। In short, she was an imaginative teacher in the real sense. ਸੰਖੇਪ ਵਿੱਚ ਵਾਸਤਵ ਵਿੱਚ ਉਹ ਇੱਕ ਰਚਨਾਤਮਕ ਅਧਿਆਪਕ ਸੀ। Second question, give in your own words the theme of the lesson, the School for Sympathy. ਆਪਣੇ ਸ਼ਬਦਾਂ ਦੇ ਵਿੱਚ the School for Sympathy ਦੀ ਵਿਸ਼ਾ ਵਸਤੂ ਦੇ ਬਾਰੇ ਵਿੱਚ ਲਿਖੋ। The theme of the lesson is based on the idea that formal education is merely bookish. ਇਸ ਲੈਸਨ ਦਾ ਜੋ ਵਿਸ਼ਾ ਵਸਤੂ ਹੈ ਉਹ ਇਸ ਵਿਚਾਰ ਦੇ ਉੱਪਰ ਆਧਾਰਿਤ ਹੈ ਕਿ ਰਸਮੀ ਸਿੱਖਿਆ ਸਿਰਫ ਕਿਤਾਬੀ ਹੁੰਦੀ ਹੈ। It gives information of facts. ਇਹ ਸਿਰਫ ਤੱਥਾਂ ਦੇ ਬਾਰੇ ਵਿੱਚ ਜਾਣਕਾਰੀ ਦਿੰਦੀ ਹੈ। It does not fulfill the needs of the society. ਇਹ ਸਮਾਜ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰਦੀ। It does not produce human feelings in children, nor does it make them good citizens. ਇਹ ਨਾ ਤਾਂ ਬੱਚਿਆਂ ਦੇ ਵਿੱਚ ਮਨੁੱਖੀ ਭਾਵਨਾਵਾਂ ਪੈਦਾ ਕਰਦੀ ਹੈ ਅਤੇ ਨਾ ਹੀ ਉਹਨਾਂ ਨੂੰ ਚੰਗਾ ਨਾਗਰਿਕ ਬਣਾਉਂਦੀ ਹੈ। The school run by Miss Beam is a school with a difference. Miss Beam ਦੇ ਦੁਆਰਾ ਚਲਾਇਆ ਗਿਆ ਸਕੂਲ ਇੱਕ ਅਲੱਗ ਤਰ੍ਹਾਂ ਦਾ ਸਕੂਲ ਹੈ। It makes its students sensitive to the sufferings of less fortunate people of the society. ਇਸ ਦਾ ਉਦੇਸ਼ ਸਮਾਜ ਦੇ ਬਦਕਿਸਮਤ ਲੋਕਾਂ ਦੀਆਂ ਮੁਸ਼ਕਲਾਂ ਤੋਂ ਵਿਦਿਆਰਥੀਆਂ ਨੂੰ ਭਾਵਨਾਤਮਕ ਬਣਾਉਣਾ ਹੈ। It makes them sharers in the misfortune of others. ਇਸ ਦਾ ਉਦੇਸ਼ ਦੂਸਰਿਆਂ ਦੀਆਂ ਬਦਕਿਸਮਤਾਂ ਨੂੰ, ਉਹਨਾਂ ਦੀਆਂ ਮੁਸ਼ਕਲਾਂ ਨੂੰ ਵੰਡਾਉਣਾ ਹੈ। The main achievement of this school is that it produces good citizens with a human heart. ਇਸ ਸਕੂਲ ਦੀ ਮੁੱਖ ਪ੍ਰਾਪਤੀ ਇਹ ਹੈ ਕਿ ਇਹ ਮਨੁੱਖੀ ਦਿਲ ਵਾਲੇ ਚੰਗੇ ਨਾਗਰਿਕ ਪੈਦਾ ਕਰਦੇ ਹਨ। ਤਾਂ ਵਿਦਿਆਰਥੀਓ, ਇਹ ਸੀਗਾ ਲੈਸਨ ਦਾ ਸਕੂਲ ਫॉर ਸਿੰਪਥੀ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸੁਣੋਗੇ ਅਤੇ ਸਮਝੋਗੇ। ਥੈਂਕ ਯੂ ਵੈਰੀ ਮੱਚ।